चरण परसै गुरु कै। जन्म मरण दुख जाहि। सतनाम श्री वाहिगुरु साहिब जियो। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। राग सूही महला पहला चौपदी घर पहला। भांडा धोए बैस धूप देव तो दूधै को जावो। दूध करम फुन सुरत समायण होए निरास जमावो। भांडा धोए बैस धूप देवो तो दूधै को जावो। दूध करम फुन सुरत समायण होए निरास जमावो। जपो ताई को नामा अवर निराफल कामा रहाओ। एहो मन ईटी हाथ करो फुन नेतरो नींद ना आवे। रसना नाम जपो तब मथिए इन बिद अमृत पावो। मन संपट जित सत सर नावण पावन पाती तृप्त करे। पूजा प्राण सेवक जे सेवे इन बिद साहिब रबत रहे। कहंदे कहे कहे कह जावहि तुम सारे अवर ना कोई। भगत हीन नानक जन जमपै हों सालाही सच्चा सोई। कहंदे कहे कहे कह जावहि तुम सारे अवर ना कोई। भगत हीन नानक जन जमपै हों सालाही सच्चा सोई। वाहिगुरु जी का खालसा वाहिगुरु जी की फतेह। एक ओंकार सतनाम करता पुरख निर्भव निर्वैर काल मूर्त अजूनी सैभं गुर प्रसाद। राग सूही महला पहला चौपदी घर पहला। भांडा धोए बैस धूप देवो तो दूधै को जावो। दूध कर्म फुन सुरत समायण होए निरास जमावो। धन धन जुगो जुग अटल। श्री गुरु ग्रंथ साहिब जी साजी नवाजी गुरु प्यारी गुरु सवारी गुरु रूप साध संगत जी वਡਭਾਗੇ ਆ। ਅੰਮ੍ਰਿਤ ਵੇਲੇ ਪਾਤਸ਼ਾਹੀ ਦਰਸ਼ਨ ਦਿਦਾਰੇ ਗੁਰਬਾਣੀ ਦਾ ਪਹਿਰਾ ਆਪਣੇ ਜੀਵਨ ਤੇ ਆਪਣੇ ਪਿੰਡੇ ਤੇ ਅਤੇ ਮਨ ਤੇ ਹੰਢਾ ਰਹੇ ਆ। ਸੋ ਗੁਰੂ ਪਿਆਰੀ ਸਾਧ ਸੰਗਤ ਇਸੇ ਤਰ੍ਹਾਂ ਮਨ ਤਨ ਪਰਮਾਤਮਾ ਦੇ ਚਰਨਾਂ 'ਚ ਜੁੜਿਆ ਰਹੇ ਤੇ ਆਪਣੇ ਆਪ ਇੱਕ ਨਾ ਇੱਕ ਦਿਨ ਇਹ ਆਪਣੀ ਕਦਰ ਤੇ ਪਰਮਾਤਮਾ ਦੇ ਪਿਆਰ ਦੀ ਉਹਦੀਆਂ ਬਖਸ਼ੀਆਂ ਦਾਤਾਂ ਦੀ ਉਹਦੇ ਬਖਸ਼ੇ ਸਵਾਸਾਂ ਦੀ ਕਦਰ ਪਾਵੇਗਾ।
ਸੋ ਗੁਰੂ ਪਿਆਰੇ ਸਾਧ ਸੰਗਤ ਜੀਓ, ਅੱਜ ਦੇ ਹੁਕਮਾਂ ਦੀ ਦਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 728 ਅੰਗ ਤੇ ਹੀ ਸ਼ੋਭਿਤ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਰਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਪਦੇ ਭਾਵ 4 ਪਦਿਆਂ ਦੇ ਵਿੱਚ ਘਰ ਪਹਿਲੇ ਦੇ ਵਿੱਚ ਗੁਰਬਾਣੀ ਫਰਮਾਨ ਕਰਦੇ ਹਨ, ਭਾਂਡਾ ਧੋਏ ਬੈਸ ਧੂਪ ਦੇਵ ਤੋ ਦੂਧੈ ਕੁਜਾਵੋ। ਭਾਵ ਕਿ ਜਿਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਉਦਾਹਰਨ ਦੇ ਕੇ ਪਾਤਸ਼ਾਹ ਜੀ ਸਮਝਾਉਂਦੇ ਹਨ, ਜਿਸ ਤਰ੍ਹਾਂ ਭਾਈ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਆਪਣੇ ਘਰ ਦੇ 1-2 ਕੰਮ ਕਰਕੇ ਤੇ ਘਰ ਦੀਆਂ ਜ਼ਰੂਰਤਾਂ ਵਾਸਤੇ ਦੁੱਧ ਲੈਣ ਜਾਂਦੇ ਹੋ, ਸਭ ਤੋਂ ਪਹਿਲਾਂ ਮਨੁੱਖ ਗੁਰੂ ਪਿਆਰੇ ਸਾਧ ਸੰਗਤ ਭਾਂਡਾ ਲੈ ਕੇ ਉਸ ਬਰਤਨ ਨੂੰ, ਉਸ ਡੋਲੂ ਨੂੰ ਧੋਂਦਾ ਹੈ, ਸਾਫ਼ ਕਰਦਾ ਹੈ, ਮਾਂਜਦਾ ਹੈ। ਧੂਪ ਦੇਵੇ ਦਾ ਅਰਥ ਹੀ ਇਹ ਹੀ ਬਣਦਾ ਹੈ ਕਿ ਉਹਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੀ ਜਾਂਦੀ ਹੈ। ਤਉ ਦੁੱਧੈ ਕੋ ਜਾਵੋ, ਫਿਰ ਦੁੱਧ ਲੈਣ ਜਾਂਦਾ ਹੈ। ਤੇ ਗੁਰੂ ਪਿਆਰੇ ਸਾਧ ਸੰਗਤ ਜੀ ਪਾਤਸ਼ਾਹ ਜੀ ਉਦਾਹਰਨ ਦੇ ਕੇ ਸਮਝਾਉਂਦੇ ਹਨ, ਭਾਈ ਤੂੰ ਵੀ ਸਵੇਰੇ ਜਾਗਦਾ, ਜਾਗ ਕੇ ਆਪਣੇ ਮਨ ਨੂੰ, ਮਨ ਭਾਂਡਾ ਹੈ ਨਾ ਜਿਹੜਾ ਤੇਰਾ ਹਿਰਦਾ ਹੈ, ਇਹ ਜਿਹੜਾ ਤਨ ਹੈ, ਮਨ ਹੈ, ਇਹਨਾਂ ਦੋਨਾਂ ਦੀ ਸਾਫ਼ ਸਫਾਈ ਦੁਨਿਆਵੀ ਤੌਰ ਤੇ ਕਰਕੇ ਫਿਰ ਗੁਰੂ ਪਿਆਰਿਆ ਅੰਮ੍ਰਿਤ ਵੇਲੇ ਪ੍ਰਮਾਤਮਾ ਦੀ ਇਹਨੂੰ ਚਰਨਾਂ ਦੇ ਵਿੱਚ ਜੋੜ, ਤਉ ਦੁੱਧੈ ਕੋ ਜਾਵੋ, ਫਿਰ ਪ੍ਰਮਾਤਮਾ ਦੇ ਨਾਮ ਤੇ ਬਾਣੀ ਦਾ ਰਸ ਪ੍ਰਾਪਤ ਕਰਨ ਦੇ ਲਈ ਜਾ, ਗੁਰੂ ਘਰ ਜਾ, ਜਿਹੜੇ ਸਥਾਨ ਦੇ ਨਾਲ ਜੁੜਿਆ ਉੱਥੇ ਗੁਰੂ ਪਿਆਰਿਆ ਜੁੜ ਕੇ ਸੰਗਤ ਰੂਪ ਦੇ ਵਿੱਚ ਬਹਿ ਕੇ ਗੁਰਬਾਣੀ ਦੀ ਪ੍ਰਾਪਤੀ ਕਰ। ਫਿਰ ਦੂਸਰੀ ਉਦਾਹਰਨ ਨਾਲ ਦਿੰਦੇ ਹਨ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਤੇ ਗੁਰੂ ਪਿਆਰੀ ਸਾਧ ਸੰਗਤ ਦੁੱਧ ਨੂੰ ਲਿਆ ਕੇ ਫਿਰ ਕੀ ਕੀਤਾ ਜਾਂਦਾ ਹੈ, ਜੇ ਦਹੀਂ ਬਣਾਉਣਾ ਹੋਵੇ ਨਾ, ਉਹਦਾ ਪਾਤਸ਼ਾਹ ਜੀ ਆਖਦੇ ਹਨ ਤੇ ਉਹਦਾ ਜੰਮਣ ਲਾਉਣਾ ਪੈਂਦਾ ਉਹਨੂੰ। ਹੁਣ ਗੁਰਬਾਣੀ ਤੋਂ ਗੁਰੂ ਪਿਆਰਿਆ ਗੁਰੂ ਘਰ ਦੇ ਵਿੱਚੋਂ, ਪੋਥੀ ਸਾਹਿਬ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਣੇ ਕੰਨਾਂ ਦੇ ਵਿੱਚ ਤੇ ਪਾ ਲਈ। ਹੁਣ ਉਹਦੀ ਵਿਚਾਰ ਤੇ ਜੇ ਨਾ ਚੱਲਿਆ, ਉਹਦਾ ਜਾਗ ਨਾ ਲਾਇਆ ਆਪਣੇ ਮਨ ਨੂੰ, ਤਨ ਨੂੰ, ਤੇ ਫਿਰ ਉਹਦਾ ਫਾਇਦਾ ਨਹੀਂ ਹੋਣਾ। ਤੂੰ ਜਾਗ ਲਾ ਉਹ ਗੁਰਬਾਣੀ ਦਾ, ਜਿਹਦੇ ਸਦਕਾ ਤੇਰਾ ਮਨ ਸੁੱਤਾ ਜਾਗ ਜਾਏ। ਮਨ ਇੱਕ ਐਸੀ ਸ਼ੈ ਹੈ ਗੁਰੂ ਪਿਆਰਿਓ, ਸਾਇੰਸ ਦੇ ਵਿੱਚ ਸਭ ਤੋਂ ਤੇਜ਼, ਸਭ ਤੋਂ ਫੁਰਤੀਲੀ ਆਖਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਸਪੀਡ ਲਾਈਟ ਨੂੰ। ਹੁਣ ਸਾਇੰਸਦਾਨ ਕਹਿੰਦੇ ਹਨ ਕਿ ਜੇ ਆਕਾਸ਼ ਤੋਂ ਸਪੀਡ ਲਾਈਟ ਨੂੰ ਥੱਲੇ ਧਰਤੀ ਤੇ ਮਾਰਿਆ ਜਾਵੇ ਤੇ ਉਹ 1-2 ਸਕਿੰਟ ਦੇ ਵਿੱਚ ਆ ਜਾਂਦੀ ਹੈ। ਸਾਇੰਸ ਦੇ ਵਿੱਚ ਪਹਿਲੇ ਨੰਬਰ ਤੇ ਰੱਖ ਦਿੱਤਾ ਸਪੀਡ ਲਾਈਟ ਨੂੰ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਅਸਲ ਦੇ ਵਿੱਚ ਉਸ ਲਾਈਟ ਦੇ ਨਾਲੋਂ ਵੀ ਤੇਜ਼ ਹੈ ਜਿਹੜਾ ਮਨੁੱਖ ਦਾ ਮਨ ਹੈ, ਕਿਉਂਕਿ ਸਾਨੂੰ ਵੀ ਨਹੀਂ ਪਤਾ ਇਹਨੇ ਕਿਹੜੇ ਪਲ ਕਿਹੜੀ ਗੱਲ ਸੋਚ ਲੈਣੀ ਹੈ ਤੇ ਕਿੱਥੇ ਦੀ ਸੋਚ ਲੈਣੀ ਹੈ। ਇੰਨਾ ਤੇਜ਼ ਫੁਰਤੀਲਾ ਹੈ ਮਨ ਮਨੁੱਖ ਦਾ। ਪਾਤਸ਼ਾਹ ਜੀ ਆਖਦੇ ਨੇ ਇਸ ਮਨ ਨੂੰ ਆਪਣੇ ਵੱਸ 'ਚ ਰੱਖ, ਇਹਨੂੰ ਵੱਸ 'ਚ ਰੱਖੇਗਾ ਫਿਰ ਹੀ ਦੁਨੀਆਦਾਰੀ ਤੈਨੂੰ ਸਮਝ ਆਏਗੀ ਤੇ ਪ੍ਰਮਾਤਮਾ ਦੀ ਬਾਣੀ ਵੀ ਫਿਰ ਸਮਝ ਆਉਣੀ ਹੈ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪਹੁ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਭਾਈ ਜੀ ਜਪਣਾ ਇੱਕੋ ਪ੍ਰਮਾਤਮਾ ਦਾ ਨਾਮ, ਇੱਕੋ ਨਾਮ ਦੇ ਨਾਲ ਜੋੜ, ਇੱਕੋ ਦੇ ਨਾਲ ਜੋੜ। ਸਾਫ਼ ਜੀ ਗੱਲ ਦਰਜ ਕਰਤੀ, ਅਵਰ ਨਿਰਾਫਲ ਕਾਮਾ। ਹੋਰ ਸਾਰੇ ਕੰਮ, ਕਈ ਵਾਰੀ ਮਨੁੱਖ ਦੁਨੀਆ ਦੇ ਵਿੱਚ ਬੜਾ ਕੁਝ ਕਰਦਾ ਹੈ, ਬੜਾ ਕੁਝ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਜਨਮ ਕਰਮ ਸੁਧਾਰਨ ਦੀ ਕੋਸ਼ਿਸ਼ ਕਰਦਾ, ਪਰ ਪਾਤਸ਼ਾਹ ਜੀ ਆਖਦੇ ਨੇ ਜਪੋ ਤਾਂ ਇੱਕੋ ਨਾਮਾ। ਇੱਕੋ ਨਾਮ ਦੇ ਵਿੱਚ, ਗੁਰਬਾਣੀ ਦੇ ਵਿੱਚ ਗੁਰੂ ਪਿਆਰਿਆ ਸਭ ਕੁਝ ਹੈ। ਆਵਰ ਨਿਰਾਫਲ ਕਾਮਾ, ਹੋਰ ਸਾਰੇ ਕੰਮ ਜਿਹੜੇ ਨੇ ਉਹ ਵਿਅਰਥ ਨੇ, ਕਿਸੇ ਅਰਥ ਨਹੀਂ ਹੋਣੇ। ਰਹਾਉ ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ। ਹੁਣ ਈਟੀ ਕਿਹਨੂੰ ਆਖਿਆ ਗੁਰੂ ਪਿਆਰੀ ਸਾਧ ਸੰਗਤ, ਜਿਹੜੀ ਰੱਸੀ ਹੁੰਦੀ ਹੈ ਮਧਾਣੀ ਦੇ ਵਿੱਚ, ਸਾਰੀ
ਜਿਹੜੀ ਗੁਰਬਾਣੀ ਹੈ ਇਹ ਉਦਾਹਰਨ ਦੁੱਧ ਤੋਂ ਦਹੀਂ, ਦਹੀਂ ਤੋਂ ਮੱਖਣ ਕਿਸ ਤਰ੍ਹਾਂ ਨਿਕਲਣਾ ਉਹਦੀ ਉਦਾਹਰਨ ਦੇ ਕੇ ਪਾਤਸ਼ਾਹ ਜੀ ਨੇ ਸਮਝਾਇਆ। ਆਖਦੇ ਨੇ ਇਹੋ ਮਨ ਈਟੀ ਹਾਥ ਕਰੋ। ਇਹ ਜਿਹੜਾ ਮਨ ਹੈ ਨਾ, ਇਹਨੂੰ ਨਾਮ ਦੀ ਰੱਸੀ ਪਾ। ਜਿਸ ਤਰ੍ਹਾਂ ਦੁੱਧ ਰਿੜਕਣ ਦੇ ਲਈ ਗੁਰੂ ਪਿਆਰੇ ਅਸੀਂ ਮਧਾਣੀ ਨੂੰ ਰੱਸੀ ਪਾ ਲੈਂਦੇ ਹਾਂ, ਫਿਰ ਉਹਨੂੰ ਰਿੜਕੀ ਜਾਈਦਾ, ਮੱਖਣ ਦੀ ਉਡੀਕ ਕਰਦੇ ਹਾਂ। ਪਾਤਸ਼ਾਹ ਜੀ ਆਖਦੇ ਨੇ ਆਪਣੇ ਮਨ ਨੂੰ ਵੀ ਉਹ ਈਟੀ, ਉਹ ਜਿਹੜੀ ਰੱਸੀ ਹੈ ਉਹ ਪਾ ਤੇ ਉਹਨੂੰ ਰਿੜਕ। ਕੀ ਹੋਏਗਾ? ਇਹੋ ਮਨ ਈਟੀ ਹਾਥ ਕਰੋ ਹੁਣ ਨੇਤਰੋ ਨੀਂਦ ਨਾ ਆਵੇ। ਜਿਹਦੇ ਨਾਲ ਤੈਨੂੰ ਨੀਂਦ ਨਹੀਂ ਆਏਗੀ, ਅੰਦਰ ਦੀ ਨੀਂਦ ਨਹੀਂ ਆਏਗੀ। ਅੰਦਰ ਮਨ ਅਵਸਥਾ, ਤੇਰਾ ਜਿਹੜਾ ਮਨ ਹੈ ਨਾ, ਸੋਏਗਾ ਨਹੀਂ, ਉਹ ਜਾਗਦਾ ਰਹੇਗਾ। ਹੁਣ ਜਾਗਦਾ ਕਿਸ ਤਰ੍ਹਾਂ ਰਹੇਗਾ? ਰਸਨਾ ਨਾਮ ਜਪੋ ਤਬ ਮਥੀ ਹੈ। ਇਹ ਰਸਨਾ ਦੇ ਉੱਤੇ ਜੇ ਨਾਮ ਹੋਏਗਾ, ਸਿਮਰਨ ਹੋਏਗਾ, ਬੰਦਗੀ ਹੋਏਗੀ। ਨਾਮ ਜਪੋ ਤਬ ਮਥੀ ਹੈ। ਨਾਮ ਨੂੰ ਮਧਾਣੀ ਜਿਸ ਤਰ੍ਹਾਂ ਰਿੜਕਦਾ ਦੁੱਧ, ਉਸੇ ਤਰ੍ਹਾਂ ਗੁਰੂ ਪਿਆਰਿਆ ਆਪਣੇ ਮਨ ਨੂੰ ਵੀ ਰਿੜਕ, ਉਹਦਾ ਮੰਥਨ ਕਰ। ਇਹਦੇ ਨਾਲ ਇਨ ਵਿਧ, ਇਹ ਵਿਧੀ ਦੇ ਨਾਲ ਅੰਮ੍ਰਿਤ ਪਾਵੋ। ਇਹ ਵਿਧੀ ਦੇ ਨਾਲ ਤੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ, ਤੇਰਾ ਮਨ ਟਿਕ ਜਾਏਗਾ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਗੁਰੂ ਪਿਆਰਿਓ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ? ਜਿਹੜੇ ਪੰਡਿਤ ਪੁਜਾਰੀ ਹੁੰਦੇ ਸਨ, ਉਹ ਆਪਣੇ ਠਾਕਰ ਨੂੰ ਇੱਕ ਪੱਥਰ ਦੇ ਰੂਪ 'ਚ ਵੇਖਦੇ ਸਨ। ਮੂਰਤੀ ਘੜ ਲਈ ਨਿੱਕੀ ਜੀ ਜਾਂ ਕੋਈ ਨਾ ਕੋਈ ਇਸ ਤਰ੍ਹਾਂ, ਉਹਨੂੰ ਫਿਰ ਕੀ ਕਰਦੇ ਸਨ? ਨਿੱਕੀ ਜਿਹੀ ਡੱਬੀ ਲੈ ਲੈਂਦੇ ਸਨ, ਉਹ ਡੱਬੀ ਦੇ ਵਿੱਚ ਰੱਖ ਕੇ ਉਹਦੀ ਪੂਜਾ ਕਰਦੇ ਸਨ। ਤੇ ਪਰ ਪਾਤਸ਼ਾਹ ਜੀ ਆਖਦੇ ਨੇ ਮਨ, ਆਪਣੇ ਮਨ, ਜਿਹੜਾ ਤੇਰਾ ਮਨ ਹੈ ਨਾ ਸਰੀਰ ਦੇ ਵਿੱਚ, ਇਹ ਡੱਬਾ ਮਨ ਦੇ ਵਿੱਚ, ਇਹਦੇ ਵਿੱਚ ਕੀ ਕਰ? ਮਨ ਸੰਪਟ, ਮਨ ਦੇ ਵਿੱਚ ਪ੍ਰਮਾਤਮਾ ਨੂੰ ਰੱਖ, ਤੂੰ ਸਿਮਰਨ ਨੂੰ ਰੱਖ। ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਅੰਮ੍ਰਿਤ ਦਾ, ਪ੍ਰਮਾਤਮਾ ਦੇ ਸਿਮਰਨ ਦਾ, ਉਹ ਨਾਮ ਦਾ, ਬੰਦਗੀ ਦਾ ਇਸ਼ਨਾਨ ਕਰ। ਭਾਵਨ ਪਾਤੀ ਤ੍ਰਿਪਤ ਕਰੇ। ਤੇਰੀ ਭਾਵਨਾ ਸਦਕਾ ਤੈਨੂੰ ਤ੍ਰਿਪਤੀ ਪ੍ਰਾਪਤ ਹੋ ਜਾਏਗੀ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬਤ ਰਹਿ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਪ੍ਰਾਣਾਂ ਦੇ ਨਾਲ, ਸਵਾਸਾਂ ਦੇ ਨਾਲ ਸੰਗਤ ਦੇ ਵਿੱਚ ਬਹਿ ਕੇ ਉਹ ਪ੍ਰਮਾਤਮਾ ਦੀ ਪੂਜਾ ਕਰ, ਬੰਦਗੀ ਕਰ। ਜੇ ਸੇਵੇ, ਜੇ ਗੁਰਸਿੱਖ ਸੇਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਗੁਰਸਿੱਖ ਕਿਹਨੂੰ ਆਖ ਦਿੰਦੇ ਆ? ਕਿ ਹੁਣ ਸਿੱਖ ਦੀ ਗੱਲ, ਸਿੱਖ ਤੇ ਨਾਮ ਰੱਖ ਦਿੱਤਾ ਗਿਆ, ਪਰ ਸਿੱਖਣ ਨੂੰ ਤੇ ਹੁਣ ਸਾਰੇ ਕੰਮ ਦੁਨੀਆਦਾਰੀ ਦੇ ਕੁਝ ਚੰਗੇ ਕੰਮ ਕੋਈ ਸਿੱਖਦਾ, ਕੋਈ ਮਾੜੇ ਵੀ ਸਿੱਖਦਾ। ਪਰ ਪਾਤਸ਼ਾਹ ਜੀ ਨੇ ਆਖਿਆ ਵੀ ਗੁਰੂ ਦਾ ਸੇਵਕ ਉਹ ਹੈ ਜਿਹੜਾ ਗੁਰੂ ਪਿਆਰੀ ਸਾਧ ਸੰਗਤ ਬਾਣੀ 'ਚ ਪਾਤਸ਼ਾਹ ਜੀ ਆਖਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਹ ਸਿੱਖ ਹੈ ਸਤਿਗੁਰ ਦਾ, ਅਸਲੀ ਗੁਰਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ, ਸਿਮਰਨ ਕਰਦਾ। ਅਸਲ ਦੇ ਵਿੱਚ ਉਹ ਸਿੱਖ ਅਖਾਉਂਦਾ ਏ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬਤ ਰਹਿ। ਇਹਨਾਂ ਜੁਗਤੀਆਂ ਦੇ ਨਾਲ ਪਰਮਾਤਮਾ ਦੀ ਨਿਗਾਹ ਦੇ ਵਿੱਚ ਮਨੁੱਖ ਰਹਿੰਦਾ, ਧਿਆਨ ਰਹਿੰਦਾ ਉਹਦਾ ਐਸੇ ਸੇਵਕ ਦੇ ਵਿੱਚ। ਕਹਿਦੇ ਕਹੀ ਕਹੀ ਕਹਿ ਜਾਵੇ ਤੁਮ ਸਰ ਆਬਰ ਨਾ ਕੋਈ। ਬੜੇ ਦੁਨੀਆ ਦੇ ਉੱਤੇ ਆਏ ਤੇ ਬੜੇ ਚਲੇ ਗਏ, ਜਿਹੜੇ ਆਖਦੇ ਰਹੇ ਕਿ ਨਹੀਂ ਉਹਦੇ ਅੰਦਰ ਪਰਮਾਤਮਾ ਉਹ ਹੈ ਜੀ ਰੱਬ, ਉਹ ਹੈ ਜੀ ਰੱਬ। ਇਸ ਤਰ੍ਹਾਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਓ। ਬੜੀਆਂ ਕਿਰਿਆ ਕਰਮ ਕਾਂਡ ਕਰਕੇ ਆਏ ਤੇ ਆ ਰਹੇ ਨੇ, ਆਉਂਦੇ ਰਹਿਣੇ ਨੇ, ਜਾਂਦੇ ਰਹਿਣੇ ਨੇ। ਪਾਤਸ਼ਾਹ ਜੀ ਆਖਦੇ ਹਨ ਤੁਮ ਸਾਰੇ ਅਬਰ ਨਾ ਕੋਈ। ਤੇਰੇ ਵਰਗਾ ਕੋਈ ਨਹੀਂ ਆਉਣਾ, ਕੋਈ ਤੇਰੇ ਵਰਗਾ ਨਹੀਂ, ਉਹਨਾਂ ਦੀ ਕੋਈ ਬਰਾਬਰੀ ਨਹੀਂ ਤੇਰੇ ਨਾਲ, ਕੋਈ ਜੁਗਤੀਆਂ ਨਹੀਂ ਹੋਰ ਜਿਹਦੇ ਨਾਲ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕੇ। ਭਗਤ ਹੀਣ ਨਾਨਕ ਜਨ ਜੰਪੈ ਹੋਂ ਸਾਲਾਹੀ ਸੱਚਾ ਸੋਈ। ਭਗਤ ਹੀਣ ਨਾਨਕ ਜਨ ਜੰਪੈ। ਇਹ ਅਕਾਲ ਪੁਰਖ ਤੇਰਾ ਦਾਸ ਤੈਨੂੰ ਆਪਣੇ ਮਨ ਤੋਂ ਸਿਮਰਨ ਬੰਦਗੀ ਕਰ ਸਕੇ, ਤੈਨੂੰ ਯਾਦ ਕਰ ਸਕੇ। ਕਿਰਪਾ ਕਰੀ ਹੋਂ ਸਾਲਾਹੀ
ਸੱਚਾ ਸੋਈ ਉਸ ਸੱਚੇ ਪਾਤਸ਼ਾਹ ਦੀ ਹੀ ਸਲਾਹ ਕਰਾਂ ਜੋ ਸਦਾ ਦੇ ਲਈ ਸੱਚਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।